ਭਗਵੰਤ ਮਾਨ ਸਰਕਾਰ ਦੇ ਮੰਤਰੀ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ। लगातार ब्रह्म शंकर जिंपा ने मोहाली डीसी दफ्तर दे विच छापा मारिया है। कैबिनेट मंत्री जिंपा ने मोहाली डीसी दफ्तर दे विच छापा मारिया है। डीसी दफ्तर दे स्टाफ दी हाजरी चेक कीती है। तो लगातार एक्शन दे विच नजर आ रहे ने भगवंत मान सरकार दे मंत्री। कैबिनेट मंत्री जिंपा ने मोहाली डीसी दफ्तर दे विच छापा मारिया है। मनोज राठी साडे सहयोगी लाइव जुड़े हुए ने डीसी दफ्तर तो। मनोज, की कुछ तस्वीरां? बिल्कुल आज कैबिनेट मंत्री ब्रह्म शंकर जिंपा वालों आज रेड की गई है। मोहाली के डीसी ऑफिसर के जिन्ने भी ऑफिस ने, चाहे वो सुविधा केंद्र ने, चाहे वो किसी भी तरह का ऑफिस ने, उन्हें उत्थे सारी रेड करके सरप्राइज चैकिंग की। साडे नाल जिंपा जी ने, उन्होंने गलबात करांगे जिहड़े एडीसी ने, एसडीएम ने। जिंपा साहब, अज तुसीं सरप्राइज विजिट की है, किस तरह की कमियां जिहड़ी थोड़ियां कमियां जिहड़ियां पाईयां गईयां ਉਹਦੇ ਵਿੱਚ ਸੁਵਿਧਾ ਸੈਂਟਰ 'ਚ ਪਾਈਆਂ ਗਈਆਂ। ਇਹਨਾਂ ਨੂੰ ਪ੍ਰਸ਼ਾਸਨ ਨੂੰ ਦੱਸਤਾ ਗਿਆ ਕਿ ਇਸ ਕੰਪਨੀ ਨੂੰ ਡੈਫੀਨੇਟਲੀ ਨੋਟਿਸ ਕੀਤਾ ਜਾਵੇ ਅਗਰ ਕੋਈ ਕਮੀਆਂ ਨਹੀਂ ਠੀਕ ਕਰਦੀ ਤਾਂ। ਜੀ ਸਰ, ਲੋਕਾਂ ਦੇ ਤੁਸੀਂ ਕਿਹਾ ਕਿ ਲੋਕਾਂ ਵਾਸਤੇ ਜਿਹੜੇ ਟਾਈਮ ਬਾਉਂਡ ਹੋਣਾ ਚਾਹੀਦਾ, ਲੋਕਾਂ ਦੇ ਜਿਹੜੇ ਵੀ ਕੰਮ ਨੇ ਬਿਲਕੁਲ ਟਾਈਮ ਬਾਉਂਡ ਹੋਊਗਾ ਹਰ ਇੱਕ ਕੰਮ। ਰਜਿਸਟਰਡ ਡਾਕੂਮੈਂਟ ਜਿਹੜਾ ਹੈ ਟਾਈਮ ਬਾਉਂਡ ਤਾਂ ਹੈ ਹੀ ਹੈ। ਲੋਕਾਂ ਦਾ ਇੰਤਕਾਲ ਦੀ ਪ੍ਰੋਬਲਮ ਹੁੰਦੀ ਆ, ਉਹ ਟਾਈਮ ਬਾਉਂਡ ਹੋਣਾ ਚਾਹੀਦਾ। ਇਹਨਾਂ ਨੂੰ ਦੱਸਣਾ ਪਏਗਾ ਅਗਰ ਉਹਦਾ ਇੰਤਕਾਲ ਹੋਇਆ ਤਾਂ ਕਿਉਂ ਨਹੀਂ ਹੋ ਰਿਹਾ। ਔਰ ਅਗਰ ਉਹਦੀ ਤਕਸੀਮ ਦੇ ਕੇਸ ਹੈਗੇ, ਐਸਡੀਐਮ ਸਾਹਿਬ ਨੂੰ ਕਿਹਾ ਗਿਆ ਵੀ ਬਿਲਕੁਲ ਉਹਨੂੰ ਟਾਈਮ ਬਾਉਂਡ ਕੀਤਾ ਜਾਵੇ ਤਾਂ ਕਿ ਕਿਸੇ ਨੂੰ ਬਾਰ-ਬਾਰ ਚੱਕਰ ਨਾ ਮਾਰੇ। ਟਾਈਮਿੰਗ ਨੂੰ ਲੈ ਕੇ ਵੀ ਕਈ ਵਾਰ ਦਿੱਕਤ ਆਉਂਦੀ ਹੈ, ਜਿਹੜੇ ਆਫਿਸ 'ਚ ਲੋਕਾਂ ਨੂੰ ਅਫਸਰ ਨਹੀਂ ਮਿਲਦੇ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਜਿਹੜੇ EMPLOYEES ਨਹੀਂ ਮਿਲਦੇ, ਉਹਦੇ ਵਿੱਚ ਕਿਸ ਤਰ੍ਹਾਂ ਕਰ ਰਹੇ ਹੋ? ਬਿਲਕੁਲ ਇਹਨਾਂ ਨੂੰ ਯਕੀਨੀ, ਇਹਨਾਂ ਨੇ ਕਿਹਾ ਵੀ ਅਸੀਂ ਇਹਨੂੰ ਟਾਈਮ ਬਾਉਂਡ ਕਰਾਂਗੇ, ਐਡਮਿਨਿਸਟ੍ਰੇਸ਼ਨ ਦੇਖੇਗੀ ਉਹਨੂੰ, ਅਗਰ ਜਿੱਥੇ ਹੈਗਾ ਤਾਂ ਉਹਨੂੰ ਪਨਿਸ਼ ਕੀਤਾ ਜਾਏਗਾ। ਸਰਪ੍ਰਾਈਜ਼ ਵਿਜ਼ਿਟ ਤੁਸੀਂ ਗੱਲ ਕੀਤੀ, ਤੁਸੀਂ ਕਿਹਾ ਕਿ ਮੈਂ ਇਕੱਲੇ ਵੀ ਆ ਸਕਦਾ। ਬਿਲਕੁਲ ਇਕੱਲੇ ਆਉਣਾ ਪਏਗਾ ਮੈਨੂੰ, ਤਦ ਹੀ ਮੈਂ ਦੇਖਾਂਗਾ ਵੀ ਇਹ ਕਿੱਥੇ ਹਕੀਕੀ ਤੌਰ ਤੇ ਆਪਾਂ ਕਿੱਥੇ ਖੜੇ ਜ਼ਮੀਨੀ ਗਰਾਊਂਡ ਦੇ ਉੱਤੇ, ਕਿਆ ਜਿਹੜੀਆਂ ਆਪਾਂ ਕਹਿ ਰਹੇ ਹਾਂ ਕਿ ਇਹਨਾਂ ਦੀ ਮੋਨੀਟਰਿੰਗ ਹੈਗੀ ਆ ਆਫੀਸਰ ਸਾਹਿਬਾਨ ਦੀ, ਉਹ ਤਾਂ ਤਦ ਹੀ ਪਤਾ ਲੱਗੇਗਾ। ਅੱਜ ਮੈਂ ਆਇਆ ਤਾਂ ਮੈਨੂੰ ਪਤਾ ਲੱਗਾ ਵੀ ਸੁਵਿਧਾ ਸੈਂਟਰ 'ਚ ਕੁਝ ਕਮੀਆਂ ਹੈਗੀਆਂ ਔਰ ਸਾਡੇ ਆਫੀਸਰ ਸਾਹਿਬਾਨ ਆਪਣੇ ਉਹ ਕਿੱਥੇ ਹੈ, ਦੂਜਾ ਨਾਇਬ ਸਾਹਿਬ ਕਿੱਥੇ ਹੈ, ਨਾਇਬ ਤਹਿਸੀਲਦਾਰ, ਤੁਸੀਂ ਉਹ ਕਹਿੰਦੇ ਸੀ ਆ ਗਏ, ਅਗਰ ਆ ਗਏ ਤਾਂ ਕਿੱਥੇ ਆ? ਤੁਸੀਂ ਉਹਨਾਂ ਨਾਲ ਗੱਲ ਕਰੋ। ਅਗਰ ਉਹ ਡਿਊਟੀ ਤੇ ਨਹੀਂ ਹੈ, ਛੁੱਟੀ ਤੇ ਆ, ਕਿਤੇ ਹੋਰ ਆ, ਕੀ ਤੇ ਸਾਰੀ ਜਿਹੜੀ ਚੈਕਿੰਗ ਉਹ ਕੀਤੀ ਜਾ ਰਹੀ ਹੈ। ਸਰ, ਟਾਈਮਿੰਗ ਨੂੰ ਲੈ ਕੇ ਵੀ ਤੁਸੀਂ ਗੱਲਬਾਤ ਕਰ ਰਹੇ ਹੋ ਕਿ ਟਾਈਮਿੰਗ ਜਿਹੜੇ ਅਫਸਰ ਦੀ ਹੈ ਉਹ ਸਾਰੀ ਸੇਮ ਹੋਣੀ ਚਾਹੀਦੀ। ਸਰ ਅਸੀਂ ਪਤਾ ਕਰਨਾ ਹੈ ਸਵਿਚ ਆਫ ਮੀਟਿੰਗ ਨਾ obviously ਕਿੱਦਾਂ ਪਤਾ ਲੱਗੇ? ਇਨਫੋਰਮੇਸ਼ਨ ਟੂ ਦ ਆਫਿਸ ਸਿਟਿੰਗ ਇਨ ਐਨੀ ਆਫਿਸ ਮੀਨਸ ਮੰਡੀ ਬੋਰਡ ਦਾ ਨਹੀਂ ਤਾਂ ਮੰਡੀ ਬੋਰਡ ਦਾ ਚਾਰਜ, ਇੱਕ ਮਿੰਟ ਠਹਿਰੋ, ਅਗਰ ਮੰਡੀ ਬੋਰਡ ਦਾ ਚਾਰਜਸ ਹੈਗਾ ਤੇ ਉਹਦਾ ਐਸਡੀਐਮ ਸਾਹਿਬ ਦੀ ਨੌਲੇਜ ਨਹੀਂ ਹੈ, ਤੁਹਾਡੇ ਕੋਲ ਕਿਉਂ ਨਹੀਂ ਨੌਲੇਜ ਹੈ ਜੀ? ਆਉਂਦੇ ਰਹਿੰਦੇ ਆਫ ਐਂਡ ਔਨ, ਕਦੇ ਉਧਰ ਚਲੇ ਨਹੀਂ, ਉਹਨਾਂ ਦੀ ਡਿਊਟੀ ਕੀ ਹੈ? ਸਰ ਡਿਊਟੀ ਤਾਂ ਸਾਰੇ ਇੱਥੇ ਬੈਠਦੇ ਆ। So what is the office नहीं, protocol? Office protocol is as and when somebody is not sitting on the chair, he has to inform to the either to the senior or to the junior. Now here neither senior ਡਬਲ ਚਾਰਜ ਹੈਗਾ ਉਹ ਠੀਕ ਹੈ, Even phone is ਪਰ ਡਬਲ ਚਾਰਜ ਦਾ ਤੁਹਾਡੇ ਕੋਲ ਸਿਸਟਮ ਕੀ ਹੈ? ਵਿਲ ਚੈੱਕ ਉਹ ਦਿਨ ਫਿਕਸ ਕਰ ਲੈਣ, ਜਾਂ ਤਾਂ ਇਸ ਦਿਨ ਇੱਥੇ ਬੈਠੇ ਪਬਲਿਕ ਨੂੰ ਪਰੇਸ਼ਾਨੀ ਨਾ ਆਵੇ, ਜਿਹੜੀ ਪਬਲਿਕ ਨੂੰ ਪਰੇਸ਼ਾਨੀ ਚਾਰਜ ਵੀ ਡਿਸਕ੍ਰਿਸ਼ਨਲ ਥੋੜਾ ਹੁੰਦਾ ਹੈਗਾ। ਨਹੀਂ ਡਬਲ ਚਾਰਜ ਫਿਰ ਉਹ ਤੇ ਮੈਂ ਗੱਲ ਹੋਣੀ ਕਰ। ਸਰ ਅਸੀਂ ਵੈਸੇ ਤਾਂ ਜ਼ਿਆਦਾਤਰ ਜਦੋਂ ਸਾਨੂੰ ਐਜ਼ ਪਰ ਨੀਡ ਅਸੀਂ ਇੱਥੇ ਬੁਲਾਏ ਜਾਂਦੇ ਹਾਂ, ਜਦੋਂ ਸਾਡੇ ਕੋਲ ਕਿਤੇ ਡਿਊਟੀ ਲੱਗੀ ਹੈ, ਐਜ਼ ਏ ਡਿਊਟੀ ਮੈਜਿਸਟਰੇਟ ਲੱਗੇ ਹੋਏ ਆ, ਤੇ ਅਦਰਵਾਈਜ਼ ਤਾਂ ਤਹਿਸੀਲਦਾਰ ਸਾਹਿਬ ਸਮਝ ਜਾਂਦੇ ਆ, ਤੇ ਉਹਨਾਂ ਨੂੰ ਦੂਜੇ ਪਾਸੇ ਜਿਹੜਾ ਕੰਮ ਹੈਗਾ ਉਹ ਵੀ ਫਿਰ ਦੋਨੇ ਡਿਪਾਰਟਮੈਂਟਾਂ ਨੂੰ ਦੇਖਣਾ ਚਾਹੁੰਦਾ, ਇਹਨੂੰ ਸਿੰਗਲ ਚਾਰਜ ਹੋਣਾ ਬਣਦਾ ਸਰ। ਵੈਸੇ ਹਾਂਜੀ ਸਿੰਗਲ ਚਾਰਜ ਹੋਣਾ ਬਣਦਾ, ਸਿੰਗਲ ਚਾਰਜ ਕਰਦੇ ਹਨ, ਸਿੰਗਲ ਚਾਰਜ ਹੈ, ਲੇਕਿਨ ਇੱਥੇ ਉਹ ਉਹਨਾਂ ਦਾ ਹਾਜ਼ਰ ਨਾ ਹੋਣਾ ਬੜੀ ਹੈਰਾਨਗੀ ਦੀ ਗੱਲ ਹੈ। ਕਿਆ ਤੁਸੀਂ ਉਹਨਾਂ ਨੂੰ ਇੰਟੀਮੇਟ ਨਹੀਂ ਕੀਤਾ? ਮੈਂ ਇੱਕ ਮਿੰਟ ਠਹਿਰ ਜਾ, ਮੈਂ ਉਹਨੂੰ ਚੈੱਕ ਕਰ ਰਿਹਾ, ਤੁਸੀਂ ਉਹਨਾਂ ਨੂੰ ਇੰਟੀਮੇਟ ਕੀਤਾ ਕਿ ਨਹੀਂ? ਨਹੀਂ ਉਹਦਾ ਉਹ ਇੱਕ ਮਿੰਟ, ਉਹਨਾਂ ਦਾ ਇੱਕ ਫੋਨ ਸਵਿਚ ਆਫ ਹੈ, ਕੋਈ ਹੋਰ ਹੋ ਗਿਆ। दूसरा की है the argument is that they call him, ठीक है, ਇਸ ਦਿਨ ਕੀ और even now he is calling, he is ਉਹਨਾਂ ਨੂੰ ਇਹ ਪੁੱਛੋ ਔਰ ਇਹਦਾ ਮੈਨੂੰ ਜਵਾਬ ਦਿਓ ਕਿ ਉਹ ਕਿਉਂ ਨਹੀਂ ਹਾਜ਼ਰ ਹੈ, ਕਿਆ ਉਹ ਗੈਰ ਹਾਜ਼ਰ ਹੈ? ਅਗਰ ਤੁਹਾਡੇ ਕੋਲ ਇਨਫੋਰਮੇਸ਼ਨ ਨਹੀਂ ਹੈਗੀ ਹੈ ਐਸਡੀਐਮ ਸਾਹਿਬ ਕਿਉਂ? ਇੱਕ ਮਿੰਟ ਠਹਿਰ ਜਾਓ ਯਾਰ, ਮੈਨੂੰ ਗੱਲ ਕਰ, ਇੱਕ ਮਿੰਟ ਤੁਸੀਂ ਮੈਨੂੰ ਦੱਸੋ ਵੀ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਵੀ ਉਹ ਉਸ ਵੇਲੇ ਦੂਜੇ ਆਫਿਸ ਸਰ ਨਹੀਂ। ਫਿਰ ਤੁਸੀਂ ਇੱਕ ਮਿੰਟ ਠਹਿਰ, ਤੁਸੀਂ ਕਿੱਦਾਂ ਇਸ ਗੱਲ ਨੂੰ ਆਪਾਂ ਮੰਨ ਕੇ ਚੱਲਦੇ ਆ ਵੀ ਉਹ ਆਪਣੀ ਉੱਧਰ ਡਿਊਟੀ ਤੇ ਆ, ਜੇ ਉਹਨਾਂ ਦਾ ਫੋਨ ਬੰਦ ਹੈ ਤੇ ਆਪਾਂ ਕਿੱਦਾਂ ਮੰਨ ਲਈਏ ਵੀ ਮੰਡੀ ਬੋਰਡ ਵਾਲੇ ਆਫਿਸ ਹੈਗੇ ਕਿ ਨਹੀਂ ਹੈਗੇ ਆ? ਸਰ ਮੰਨ ਲਓ ਐਕਸਪਲੇਨੇਸ਼ਨ ਕਰ ਲੈ, ਨਹੀਂ ਤੁਸੀਂ ਐਕਸਪਲੇਨੇਸ਼ਨ ਕਰੋ, ਇਹਦੀ ਕਾਲ ਕਰੋ, ਨਹੀਂ ਕਰਦੇ ਉਹ ਤੁਰੰਤ ਕਰਕੇ ਮੈਨੂੰ ਪਾਓ। ਮੇਰੇ ਕੋਲ ਦੇਖੋ ਉਸ ਦਿਨ ਸਾਡੇ ਫਾਈਨੈਂਸ ਮਿਨਿਸਟਰ ਸਾਹਿਬ ਗਏ, ਫਿਰ ਡੈਫੀਨੇਟਲੀ ਇਦਾਂ ਦਾ ਜਿਹੜਾ ਕੋਈ ਕਤਾਈ ਵਾਲਾ ਅਫਸਰ ਹੈ ਇਹਨੂੰ ਉੱਥੇ ਰੱਖਿਆ ਜਾਏਗਾ ਜਾ ਕੇ। ਫਿਰ
ਮੈਂ ਹੁਣ ਅੱਜ ਤੁਹਾਨੂੰ ਉਹਨੂੰ ਕਹਿ ਦੇਣਾ, ਮੈਨੂੰ ਇਹਦੀ ਐਕਸਪਲੇਨੇਸ਼ਨ ਕਰਕੇ ਮੈਨੂੰ ਤੁਸੀਂ ਮੇਰੇ ਕਾਲ ਕਰੋ, ਇਹਨੂੰ ਰਣਜੀਤ ਨੂੰ ਪੁੱਛੋ, ਹੁਣੇ ਦੱਸਣਾ ਤੁਸੀਂ ਮੈਨੂੰ। ਉਹ ਫੋਨ ਬੰਦ ਹੈ, टेक इन्फॉर्मेशन फ्रॉम मंडी बोर्ड आल्सो कि उत्थे बैठे हैं ਉੱਥੇ ਮੰਡੀ ਬੋਰਡ। But even if he is at Monday board, Maybe we I mean, people confirm should know also. it na। ਆ ਤਾਂ 10 ਵਜੇ ਹੁਣ ਵੀ ਨਹੀਂ ਆਏ। ਕਹਿੰਦੇ ਮੰਡੀ ਬੋਰਡ ਦੀ ਇਨਫੋਰਮੇਸ਼ਨ ਹੀ ਕੋਈ ਨਹੀਂ, ਵੈਸੇ ਹੀ is there in the ਮੰਡੀ board। ਇਹ ਚੀਜ਼ਾਂ ਵੀ ਦੇਖੀ ਗਈਆਂ ਕਿ ਜਿਹੜੇ ਅਫਸਰਸ ਨੇ ਉਹ ਟਾਈਮ ਸੇ ਨਹੀਂ ਪਹੁੰਚ ਰਹੇ ਆ, ਕਈ ਚੀਜ਼ਾਂ ਜਿਹੜੀਆਂ ਤੁਸੀਂ ਨੋਟ ਕੀਤੀ ਹੈ, ਹਾਂਜੀ, ਕਈ ਚੀਜ਼ਾਂ ਨੋਟ ਕੀਤੀਆਂ ਕਿ ਅਫਸਰ ਜਿਹੜੇ ਨੋਟਿਸ ਲੇਟ ਜਿਹੜਾ ਪਹੁੰਚਿਆ ਇਹਨੂੰ ਡੈਫੀਨੇਟਲੀ ਪੁੱਛਿਆ ਜਾਏਗਾ, ਇਹਦੀ ਐਕਸਪਲੇਨੇਸ਼ਨ ਕਾਲ ਕੀਤੀ ਹੈ ਵੀ ਦੱਸੋ ਸਾਨੂੰ ਕਿਉਂ, ਅਗਰ ਹੈਗਾ ਤੇ ਕਿੱਥੇ ਹੈ। ਤੇ ਲਗਾਤਾਰ ਕੋਸ਼ਿਸ਼ ਜਿਹੜੀ ਹੈ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ, ਕੈਬਨਿਟ ਮੰਤਰੀ ਅੱਜ ਇੱਥੇ ਪਹੁੰਚੇ ਸੀ ਅਰਸ਼ਦੀਪ, ਜਿੱਦਾਂ ਉਹਨਾਂ ਨੇ ਕਿਹਾ ਕਿ ਅਫਸਰ ਕਈ ਜਿਹੜੇ ਹੈ ਉਹ ਹਜੇ ਤੱਕ ਜਿਹੜਾ 10 ਵਜੇ ਦਾ ਸਮਾਂ ਹੋ ਚੱਲਿਆ ਲੇਕਿਨ ਹਜੇ ਤੱਕ ਆਫਿਸ ਵਿੱਚ ਜਿਹੜੇ ਆ ਉਹ ਨਹੀਂ ਪਹੁੰਚੇ, ਤੇ ਉਹਨਾਂ ਵਾਸਤੇ ਹੁਣ ਸਾਰੀ ਜਿਹੜੀ ਆ ਉਹ ਇਨਕੁਆਇਰੀ ਜਿਹੜੀ ਆ ਉਹਨਾਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੇ ਵੀ ਅਫਸਰ ਜਿਹੜੇ ਹੈਗੇ ਉਹ ਟਾਈਮ ਤੇ ਕਿਉਂ ਨਹੀਂ ਪਹੁੰਚ ਰਹੇ, ਜਿਹੜੇ ਲੋਕ ਨੇ ਉਹ ਖੱਜਲ ਕਿਉਂ ਹੋ ਰਹੇ ਨੇ। ਹਾਲਾਂਕਿ ਸੁਵਿਧਾ ਕੇਂਦਰ ਦੀ ਇਹਨਾਂ ਨੇ ਗੱਲ ਕੀਤੀ, ਸੁਵਿਧਾ ਕੇਂਦਰ ਲੋਕਾਂ ਨਾਲ ਗੱਲਬਾਤ ਕੀਤੀ, ਉੱਥੇ ਵੀ ਜਿਹੜੀ ਹੈ ਕਈ ਖਾਮੀਆਂ ਜਿਹੜੀ ਪਾਈ ਗਈ ਹੈ, ਉਹਨਾਂ ਨੂੰ ਲੈ ਕੇ ਲਗਾਤਾਰ ਉਹ ਕਹਿੰਦੇ ਨਜ਼ਰ ਆ ਰਹੇ ਕਿ ਨੋਟਿਸ ਜਿਹੜਾ ਦਿੱਤਾ ਜਾਏਗਾ, ਜਿਹੜੇ ਵੀ ਅਫਸਰ ਹੈ ਉਹ ਰਿਸਪੌਂਸੀਬਲ ਹੋਣਗੇ। ਹਾਲਾਂਕਿ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਐਸਡੀਐਮ ਨੇ ਇੱਥੇ ਏਡੀਸੀ ਨੇ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਸਾਫ਼ ਤੌਰ ਤੇ ਜਿਹੜੇ ਵੀ ਰਿਸਪੌਂਸੀਬਲ ਹੋਣਗੇ, ਜਿਨ੍ਹਾਂ ਦੀ ਵੀ ਖਾਮੀਆਂ ਜਿਹੜੀ ਹੈ ਉਹ ਦਿੱਤੀ ਜਾਣਗੀ, ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਕਾਰਵਾਈ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੀ ਇਨਕੁਆਇਰੀ ਜਿਹੜੀ ਹੈ ਉਹ ਕੀਤੀ ਜਾਏਗੀ। ਅਰਸ਼ਦੀਪ, ਲਗਾਤਾਰ ਇਹ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਹੈ, ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜਦੋਂ ਸਰਕਾਰ ਬਣੀ ਹੈ ਕਿ ਲੋਕਾਂ ਵਾਸਤੇ, ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ, ਟਾਈਮ ਇਨਬਾਊਂਡ ਜਿਹੜਾ ਹੈ ਬਹੁਤ ਜ਼ਰੂਰੀ ਹੋਣਾ ਚਾਹੀਦਾ, ਕਿਉਂਕਿ ਸੁਵਿਧਾ ਕੇਂਦਰ ਅਸੀਂ ਦੇਖਿਆ ਕਿ ਕਈ ਜਿਹੜੇ ਲੋਕ ਨੇ ਉਹ ਇਸ ਤਰ੍ਹਾਂ ਬੈਠੇ ਸੀ ਕਿ ਤੁਸੀਂ ਕੱਲ ਆਓ ਪਰਸੋਂ ਆਓ, ਜਦ ਇੱਥੇ ਕੈਬਨਿਟ ਮੰਤਰੀ ਪਹੁੰਚਦੇ ਨੇ ਲੋਕਾਂ ਨਾਲ ਗੱਲਬਾਤ ਕਰਦੇ ਤਾਂ ਲੋਕਾਂ ਨੇ ਦੱਸਿਆ ਕਿ ਸਾਨੂੰ ਪ੍ਰੋਬਲਮ ਸਾਰੀ ਹੈ ਕਿ ਕੱਲ ਪਰਸੋਂ 3 ਦਿਨ ਬਾਅਦ ਆਓ, 4 ਦਿਨ ਬਾਅਦ, ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਹੈ ਉਹ ਜ਼ਰੂਰ ਵੇਖਣ ਨੂੰ ਮਿਲੇ, ਜਿਸ ਕਰਕੇ ਜਿਹੜੇ ਵੀ ਸੀਨੀਅਰ ਅਫਸਰ ਨੇ ਉਹਨਾਂ ਨੂੰ ਕਿਹਾ ਗਿਆ ਕਿ ਇਹ ਸਾਰਾ ਤੁਸੀਂ ਦੇਖੋ, ਅਦਰਵਾਈਜ਼ ਸਟ੍ਰਿਕਟ ਐਕਸ਼ਨ ਜਿਹੜਾ ਹੈ ਉਹ ਲਿੱਤਾ ਜਾਏਗਾ। ਹਾਲਾਂਕਿ ਲਗਾਤਾਰ ਕੋਸ਼ਿਸ਼ ਕਰਾਂਗੇ ਅਸੀਂ ਦਿਖਾਉਣ ਦੇ ਕਿ ਖੁਦ ਕੈਬਨਿਟ ਮੰਤਰੀ ਇੱਥੇ ਪਹੁੰਚੇ ਸੀ ਤੇ ਉਹਨਾਂ ਵੱਲੋਂ ਜਿਹੜੀ ਸਰਪ੍ਰਾਈਜ਼ ਵਿਜ਼ਿਟ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਉਹ ਕਦੇ ਵੀ ਜਾ ਸਕਦੇ ਪੰਜਾਬ ਤੇ ਕਿਸੇ ਵੀ ਜਿਹੜੇ ਜ਼ਿਲ੍ਹੇ 'ਚ ਜਾ ਕੇ ਇਕੱਲੇ ਜਾ ਕੇ ਬਿਨਾਂ ਕਿਸੇ ਸਿਕਿਉਰਿਟੀ ਦੇ, ਬਿਨਾਂ ਕਿਸੇ ਅਫਸਰਾਂ ਦੇ ਉਹ ਜਾ ਕੇ ਇੱਥੇ ਪਹੁੰਚਣਗੇ ਤੇ ਉਹ ਸਰਪ੍ਰਾਈਜ਼ ਜਿਹੜੀ ਹੈ ਵਿਜ਼ਿਟ ਕਰਨਗੇ। ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਜਿਹੜੇ ਕੈਬਨਿਟ ਮੰਤਰੀ ਹੈ ਉਹਨਾਂ ਵੱਲੋਂ ਇਹ ਜਿਹੜੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਸਰਪ੍ਰਾਈਜ਼ ਵਿਜ਼ਿਟ ਕੀਤਾ ਗਿਆ ਸੁਵਿਧਾ ਕੇਂਦਰ ਦੀ ਅਸੀਂ ਗੱਲ ਕਰ ਲਈ ਜਾਂ ਫਿਰ ਅਫਸਰ ਜਿੱਥੇ ਬੈਠਦੇ ਨੇ, ਜਿਹੜੇ ਵੀ ਅਫਸਰ ਇੱਥੇ ਬੈਠਦੇ ਨੇ, ਇੰਪਲੋਈਜ਼ ਇੱਥੇ ਬੈਠਦੇ ਉਹਨਾਂ ਦੀ ਜਿਹੜੀ ਟਾਈਮਿੰਗ ਹੈ ਉਹ ਵੀ ਦਿੱਤੀ ਗਈ ਹੈ। ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਹੁਣ ਸਾਰੀ ਸਰਪ੍ਰਾਈਜ਼ ਵਿਜ਼ਿਟ ਕਰਨ ਤੋਂ ਬਾਅਦ ਜਿੰਨੇ ਵੀ ਸੁਵਿਧਾ ਕੇਂਦਰ ਹੈ, ਹੋਰ ਆਫਿਸਿਸ ਇੱਥੇ ਸਾਰੇ ਜਿਹੜੇ ਬ੍ਰਾਂਚਿਸ ਨੇ ਉੱਥੇ ਸਾਰਾ ਪਹੁੰਚ ਕੇ ਹੁਣ ਅਫਸਰਾਂ ਨੂੰ ਇਹ ਹਿਦਾਇਤ ਦਿੰਦੇ ਨਜ਼ਰ ਆ ਰਹੇ ਨੇ। ਐਸਡੀਐਮ ਏਡੀਸੀ ਇੱਥੇ ਖੜੇ ਨੇ, ਤਹਿਸੀਲਦਾਰ ਇੱਥੇ ਖੜੇ ਨੇ ਤੇ ਸਾਨੂੰ ਸਾਰਿਆਂ ਨੂੰ ਇਹ ਹਿਦਾਇਤਾਂ ਦਿੱਤੀ ਜਾ ਰਹੀ ਹੈ ਕਿ ਜਿਹੜੀ ਵੀ ਕਮੀਆਂ ਜਿਹੜੀ ਹੈ ਪਾਈ ਗਈਆਂ, ਜਿਹੜੀ ਵੀ ਦਿੱਕਤਾਂ ਜਿਹੜੀ ਇੱਥੇ ਲੋਕਾਂ ਨੂੰ ਆਈਆਂ ਇਹ ਨਾ ਹੋਣ, ਕਿਉਂਕਿ ਸਰਪ੍ਰਾਈਜ਼ ਵਿਜ਼ਿਟ ਜਿਹੜੀ ਹੈ ਉਹ ਦੁਬਾਰਾ ਹੋ ਸਕਦੀ ਹੈ, ਬਿਲਕੁਲ ਰੈਂਡਮ ਚੈਕਿੰਗ ਬਿਲਕੁਲ ਹੋ ਸਕਦੀ ਹੈ, ਉਹ ਇਕੱਲੇ ਵੀ ਆ ਸਕਦੇ, ਮਾਸਕ ਪਾ ਕੇ ਵੀ ਉਹ ਆ ਸਕਦੇ, ਇਸ ਕਰਕੇ ਤੁਸੀਂ ਧਿਆਨ ਰੱਖੋ। ਇਹ ਖਰੜ ਵੀ ਹੋ ਸਕਦੀ ਹੈ ਆਉਣ ਵਾਲੇ ਸਮੇਂ 'ਚ, ਇਹ ਬਹੌਰ ਵੀ, ਫਾਜ਼ਿਲਕਾ ਵੀ, ਜਿੱਥੇ ਮਰਜ਼ੀ ਉਹ ਜਾ ਸਕਦੇ ਨੇ। ਰੈਂਡਮ ਚੈਕਿੰਗ ਜਿਹੜੀ ਹੈ ਉਹ ਸਵੇਰੇ ਜਾਂ ਦੁਪਹਿਰ ਨੂੰ ਇਹ ਕੀਤੀ ਜਾਏਗੀ। ਹਾਲਾਂਕਿ ਹੁਣ ਜਿਹੜੀ ਕੁਝ ਕਮੀਆਂ ਹੈ ਉਹ ਪਾਈ ਗਈ ਸੀ, ਉਹਦੇ ਨਾਲ ਜਿਹੜਾ ਰੂਬਰੂ ਹੋ ਰਿਹਾ ਅਫਸਰਾਂ ਨੂੰ ਸਮਝਾਉਂਦੇ ਨਜ਼ਰ ਆ ਰਹੇ ਨੇ ਕੈਬਨਿਟ ਮੰਤਰੀ, ਤੇ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਸਟ੍ਰਿਕਟ ਐਕਸ਼ਨ ਜਿਹੜਾ ਹੈ ਅਫਸਰਾਂ ਨੂੰ, ਜਿਹੜੇ ਇੰਪਲੋਈਜ਼ ਨੂੰ, ਉਹਨਾਂ ਨੂੰ ਜ਼ਰੂਰ ਕੀਤਾ ਜਾਏਗਾ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਈ ਚੀਜ਼ਾਂ ਜਿਹੜੀਆਂ ਉਹ ਕਈ ਖਾਮੀਆਂ ਪਾਈ ਗਈ, ਜਿਹਦਾ ਹੁਣ ਸਾਰਾ ਵੇਰਵਾ ਜਿਹੜਾ ਹੈ ਅਫਸਰਾਂ ਤੋਂ ਲਿੱਤਾ ਜਾ ਰਿਹਾ ਹੈ। ਲਗਾਤਾਰ ਤਸਵੀਰਾਂ ਤੁਹਾਡੇ ਸਾਹਮਣੇ ਡੀਸੀ ਮੋਹਾਲੀ ਦੇ ਦਫ਼ਤਰ ਦੇ ਬਾਹਰ ਦੀ ਇਹ ਤਸਵੀਰਾਂ ਨੇ ਜਿੱਥੇ ਕੈਬਨਿਟ ਮੰਤਰੀ ਪਹੁੰਚੇ ਸੀ ਤੇ ਪੂਰਾ ਜਾਇਜ਼ਾ ਜਿਹੜਾ ਅਚਨਚੇਤ ਛਾਪੇਮਾਰੀ ਕੀਤੀ ਗਈ ਹੈ ਕੈਬਨਿਟ ਮੰਤਰੀ ਦੇ ਵੱਲੋਂ। ਮਨੋਜ ਰਾਠੀ ਸਾਡੇ ਸਹਿਯੋਗੀ ਜਾਣਕਾਰੀ ਦੇ ਰਹੇ ਨੇ। ਮਨੋਜ, ਫਿਲਹਾਲ ਤਸਵੀਰਾਂ ਵਿਖਾਉਣ ਦੇ ਲਈ ਸ਼ੁਕਰੀਆ। ਤਾਂ ਨਿਊਜ਼ 18 ਦੇ ਉੱਤੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨਜ਼ਰ ਆਏ ਨੇ ਡੀਸੀ ਦਫ਼ਤਰ ਮੋਹਾਲੀ ਦੇ ਵਿਖੇ। ਉਹਨਾਂ ਦੇ ਵੱਲੋਂ ਚੈਕਿੰਗ ਕੀਤੀ ਗਈ ਹੈ, ਅਚਨਚੇਤ ਛਾਪੇਮਾਰੀ ਕੀਤੀ ਗਈ ਹੈ ਤੇ ਅਫਸਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ। ਜੋ ਅਫਸਰ ਮੌਕੇ ਤੇ ਮੌਜੂਦ ਨਹੀਂ ਸੀ, ਜੋ ਲੇਟ ਆ ਰਹੇ ਨੇ ਦਫ਼ਤਰਾਂ ਦੇ ਵਿੱਚ ਜਾਂ ਫਿਰ ਆਪਣੀ ਕੁਰਸੀ ਤੇ ਮੌਜੂਦ ਨਹੀਂ, ਉਹਨਾਂ ਨੂੰ ਸਖਤ ਤਾੜਨਾ ਕੀਤੀ ਗਈ ਹੈ ਕਿ ਐਕਸ਼ਨ ਲਿਆ ਜਾਏਗਾ। ਤੇ ਨਾਲ ਇਹ ਵੀ ਕਹਿੰਦੇ ਨਜ਼ਰ ਆਏ ਨੇ ਕਿ ਕਿਸੇ ਵੀ ਜਗ੍ਹਾ ਦੇ ਉੱਤੇ ਇਕੱਲੇ ਜਾ ਕੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਉਹ ਚੈਕਿੰਗ ਕਰ ਸਕਦੇ ਨੇ। ਅੱਜ ਸਵੇਰੇ ਮੋਹਾਲੀ ਪਹੁੰਚੇ ਨੇ ਡੀਸੀ ਦਫ਼ਤਰ ਦੇ ਵਿੱਚ, ਉਹਨਾਂ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਤਸਵੀਰਾਂ ਨਿਊਜ਼ 18 ਦੇ ਉੱਤੇ ਤੁਸੀਂ ਦੇਖ ਰਹੇ ਹੋ। ਬ੍ਰਹਮ ਸ਼ੰਕਰ ਜਿੰਪਾ ਕੈਬਨਿਟ ਮੰਤਰੀ, ਉਹਨਾਂ ਦੇ ਵੱਲੋਂ ਅਚਨਚੇਤ ਡੀਸੀ ਦਫ਼ਤਰ ਮੋਹਾਲੀ ਵਿਖੇ ਛਾਪੇਮਾਰੀ ਕੀਤੀ ਗਈ ਹੈ। ਮੰਤਰੀ ਦਾ ਕਹਿਣਾ ਹੈ ਕਿ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਛਾਪੇਮਾਰੀ ਉਹ ਕਰ ਸਕਦੇ ਨੇ, ਕਿਸੇ ਵੀ ਦਿਨ ਛਾਪੇਮਾਰੀ ਹੋ ਸਕਦੀ ਹੈ।